ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਡੂੰਘੀਆਂ ਸਿਖਰਾਂ। ਅਨੁਭਵ ਦੀਆਂ ਡੂੰਘਾਈਆਂ ਹੁੰਦੀਆਂ ਹਨ ਅਤੇ ਗਿਆਨ ਦੀਆਂ ਸਿਖਰਾਂ। ਜਦੋਂ ਤੱਕ ਅਸੀਂ ਦਿਲ ਰਾਹੀਂ ਡੂੰਘੇ ਨਹੀਂ ਉਤਰਦੇ, ਉਦੋਂ ਤੱਕ ਅਸੀਂ ਸੋਚ ਰਾਹੀਂ ਉੱਚੇ ਵੀ ਨਹੀਂ ਉੱਠ ਸਕਦੇ। ਉੱਤੋਂ ਵੇਖਿਆ ਸਭ ਕੁਝ ਅਥਾਹ ਪ੍ਰਤੀਤ ਹੁੰਦਾ ਹੈ ਅਤੇ ਥੱਲੋਂ ਵੇਖਿਆ ਸਭ ਕੁਝ ਵਿਸ਼ਾਲ ਅਤੇ ਅਨੰਤ ਵਿਖਾਈ ਦਿੰਦਾ ਹੈ। ਸਾਗਰ ਡੂੰਘਾ ਹੈ ਅਤੇ ਅਸਮਾਨ ਉੱਚਾ ਹੈ। ਧਰਤੀ ਅਤੇ ਅਸਮਾਨ ਤੋਂ ਹੀ ਮਨੁੱਖ ਨੇ ਸਰੀਰ ਅਤੇ ਆਤਮਾ, ਯਥਾਰਥ ਅਤੇ ਆਦਰਸ਼, ਇਸ ਸੰਸਾਰ ਅਤੇ ਉਸ ਸੰਸਾਰ ਦੇ ਸੰਕਲਪ ਉਸਾਰੇ ਹਨ। ਸੁਕਰਾਤ ਅਤੇ ਸਿਕੰਦਰ ਦੋਵੇਂ ਯਾਤਰਾ 'ਤੇ ਨਿਕਲੇ ਸਨ। ਇੱਕ ਸੰਸਾਰ ਨੂੰ ਸਮਝਣ ਦੀ ਯਾਤਰਾ ਸੀ, ਦੂਜੀ ਸੰਸਾਰ ਨੂੰ ਜਿੱਤਣ ਦੀ ਜੱਦੋ-ਜਹਿਦ ਸੀ। ਨਿਸ਼ਾਨਾ ਇੱਕ ਹੀ ਸੀ, ਰਾਹ ਵੱਖਰੇ ਸਨ, ਇਸੇ ਲਈ ਦੋਹਾਂ ਦੀਆਂ ਪ੍ਰਾਪਤੀਆਂ ਵਿਸ਼ਵ ਪੱਧਰ ਦੀਆਂ ਹਨ। ਜਦੋਂ ਮਹਾਭਾਰਤ ਵਿੱਚ ਅਰਜੁਨ ਨੂੰ ਗਿਆਨ ਹੋ ਗਿਆ ਤਾਂ ਉਸਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸਨ, ਅਤੇ ਜਦੋਂ ਕਲਿੰਗਾ ਵਿੱਚ ਅਸ਼ੋਕ ਨੂੰ ਗਿਆਨ ਹੋ ਗਿਆ ਤਾਂ ਉਸਨੇ ਚੁੱਕੇ ਹੋਏ ਹਥਿਆਰ ਸੁੱਟ ਦਿੱਤੇ ਸਨ। ਸਿਕੰਦਰ ਆਪਣੇ ਉਦੇਸ਼ ਵਿੱਚ ਸਫਲ ਨਹੀਂ ਸੀ ਹੋਇਆ, ਪਰ ਉਸ ਦੀ ਮਹਾਨਤਾ ਸਾਰੇ ਸੰਸਾਰ ਨੂੰ ਜਿੱਤਣ ਦੇ ਉਸਦੇ ਸੁਪਨੇ ਵਿੱਚ ਸੀ। ਸੁਕਰਾਤ ਨੂੰ ਜ਼ਹਿਰ ਦੇਣ ਵਾਲੇ ਦਿਨ ਯੂਨਾਨ ਦੇ ਹਾਕਮ ਸਮਝੇ ਸਨ ਕਿ ਸੁਕਰਾਤ ਮਰ ਗਿਆ ਸੀ, ਪਰ ਉਸ ਦਿਨ ਉਸ ਮਹਾਨ ਸੁਕਰਾਤ ਦਾ ਜਨਮ ਹੋਇਆ ਸੀ ਜਿਸ ਨੇ ਕਦੇ ਨਹੀਂ ਮਰਨਾ। ਜਦੋਂ ਸੁਪਨਾ ਵੱਡਾ ਹੋ ਜਾਵੇ ਤਾਂ ਸੰਸਾਰ ਛੋਟਾ ਰਹਿ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਸਹਿਮੇ ਹੋਏ ਡਰਿਆਂ ਹੋਇਆਂ ਨੂੰ ਸ਼ੇਰ ਵਾਲਾ ਦਿਲ ਦਿੱਤਾ ਅਤੇ ਬੇਪਛਾਣ ਲੋਕਾਂ ਨੂੰ ਉਹ ਪਹਿਰਾਵਾ ਦਿੱਤਾ ਜਿਸ ਨਾਲ ਉਹ ਦੂਰੋਂ ਪਹਿਚਾਣੇ ਜਾਣ। ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਲੜੇ ਹੀ ਨਹੀਂ, ਸਗੋਂ ਉਹਨਾਂ ਨੇ ਕਦੇ ਵੀ ਨਾ ਹਾਰਨ ਵਾਲੀ ਫੌਜ ਵੀ ਪੈਦਾ ਕੀਤੀ। ਉਹਨਾਂ ਨੇ ਇੱਕ ਆਦਰਸ਼ ਮਨੁੱਖ ਦਾ ਸੰਕਲਪ ਪੈਦਾ ਕੀਤਾ ਕਿਉਂਕਿ ਉਹ ਆਪ ਆਦਰਸ਼ ਮਨੁੱਖ ਸਨ। ਯਥਾਰਥ ਸਮਕਾਲੀ ਹੁੰਦਾ ਹੈ ਅਤੇ ਆਦਰਸ਼ ਸਦੀਵੀ। ਕਲਪਨਾ ਦੇ ਸੋਚਾਂ ਵਿੱਚ ਯਥਾਰਥ ਨੂੰ ਬਦਲਣ ਦੀ ਸ਼ਕਤੀ ਹੁੰਦੀ ਹੈ। ਮਹਾਨ ਵਿਅਕਤੀ ਯਥਾਰਥਵਾਦੀ ਨਹੀਂ ਹੁੰਦੇ, ਉਹ ਆਦਰਸ਼ਵਾਦੀ ਅਤੇ ਸੁਪਨਸਾਜ਼ ਹੁੰਦੇ ਹਨ। ਉਹਨਾਂ ਦੀ ਟੇਕ ਵਰਤਮਾਨ ਉੱਤੇ ਨਹੀਂ, ਭਵਿੱਖ ਉੱਤੇ ਹੁੰਦੀ ਹੈ। ਉਹ ਵਰਤਮਾਨ ਦੇ ਅੰਤਰ ਵਿਰੋਧਾਂ ਨੂੰ ਹਟਾਉਂਦੇ ਤਾਂ ਹਨ, ਪਰ ਉਹ ਯਥਾਰਥਵਾਦੀ ਨਹੀਂ ਹੁੰਦੇ। ਉਹ ਆਪਣੇ ਸੁਪਨਿਆਂ ਦੇ ਚਲਾਏ ਚੱਲਦੇ ਹਨ। ਸਿਧਾਰਥ ਸਭ ਕੁਝ ਛੱਡ ਕੇ ਚੱਲ ਪਿਆ ਸੀ। ਉਹ ਯਥਾਰਥਵਾਦੀ ਨਹੀਂ ਸੀ। ਰਾਮ ਚੁੱਪ ਕਰਕੇ ਬਨਵਾਸ ਲਈ ਰਵਾਨਾ ਹੋ ਗਏ ਸਨ। ਉਹ ਯਥਾਰਥਵਾਦੀ ਨਹੀਂ ਸਨ। ਨਾਨਕ ਸੱਚਾ ਸੌਦਾ ਕਰਨ ਨਿਕਲੇ ਸਨ। ਉਹ ਯਥਾਰਥਵਾਦੀ ਨਹੀਂ ਸਨ। ਸਾਡੇ ਆਪਣੇ ਯੁੱਗ ਵਿੱਚ ਗਾਂਧੀ ਜੀ ਨੂੰ ਆਪਣੇ ਸੁਪਨੇ ਵਿੱਚ ਵਿਸ਼ਵਾਸ ਸੀ ਕਿ ਉਹ ਅਹਿੰਸਾ ਅਤੇ ਅਖਲਾਕ ਦੀ ਨਿਮਰਤਾ ਨਾਲ ਸ਼ਕਤੀਸ਼ਾਲੀ ਅੰਗਰੇਜ਼ੀ ਸਲਤਨਤ ਦੀ ਤਾਕਤ ਦਾ ਸਾਹਮਣਾ ਕਰਕੇ ਭਾਰਤ ਲਈ ਆਜ਼ਾਦੀ ਲੈ ਲੈਣਗੇ। ਅਜਿਹਾ ਪਹਿਲਾਂ ਕਿਸੇ ਵੀ ਭਾਰਤੀ ਨੇ ਨਹੀਂ ਸੀ ਸੋਚਿਆ। ਉਹ ਯਥਾਰਥਵਾਦੀ ਨਹੀਂ ਸਨ, ਪਰ ਉਹ ਸਹੀ ਨਿਕਲੇ। ਮਹਾਨ ਵਿਅਕਤੀਆਂ ਸਾਹਮਣੇ ਉਦਾਹਰਨਾਂ ਨਹੀਂ ਹੁੰਦੀਆਂ। ਉਹ ਜੋ ਕਰਦੇ ਹਨ ਪਹਿਲੀ ਵਾਰ ਕਰਦੇ ਹਨ, ਇਸੇ ਲਈ ਉਹ ਨਿਵੇਕਲੇ, ਸੱਜਰੇ, ਮੌਲਿਕ, ਵਿਲੱਖਣ ਅਤੇ ਅਨੋਖੇ ਹੁੰਦੇ ਹਨ। ਮਹਾਨ ਵਿਅਕਤੀਆਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਦੱਸਣਾ ਸੰਭਵ ਨਹੀਂ ਕਿ ਰਾਮ ਵੱਡੇ ਸਨ ਜਾਂ ਕ੍ਰਿਸ਼ਨ, ਈਸਾ ਵੱਡੇ ਸਨ ਜਾਂ ਮੁਹੰਮਦ। ਮਹਾਨ ਵਿਅਕਤੀ ਸੁਤੰਤਰ ਹੁੰਦੇ ਹਨ। ਉਹ ਇੱਕ ਦੂਜੇ ਦੇ ਪਿੱਛੇ ਨਹੀਂ ਚੱਲਦੇ, ਉਹ ਆਪਣਾ ਰਾਹ ਆਪ ਚੁਣਦੇ ਹਨ। ਇੱਕ ਤਾਰੇ ਦੇ ਰਾਹ 'ਤੇ ਕੋਈ ਦੂਜਾ ਤਾਰਾ ਨਹੀਂ ਚੱਲਦਾ। ਜੋ ਕੁਝ ਡਾਰ ਤੋਂ ਅੱਡਰੀ ਹੋ ਕੇ ਉੱਡਦੀ ਹੈ, ਉਹੀ ਉਕਾਬ ਬਣਦੀ ਹੈ। ਜੋ ਕੂੰਜ ਡਾਰ ਤੋਂ ਅੱਡਰੀ ਹੋ ਕੇ ਉੱਡਦੀ ਹੈ, ਉਹੀ ਉਕਾਬ ਬਣਦੀ ਹੈ। ਸੰਸਾਰ ਦੇ ਸੰਕਟ, ਸ਼ੰਕੇ ਅਤੇ ਸੰਸ਼ੇ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਸੰਸਾਰ ਦੀਆਂ ਲੋੜਾਂ ਅਨੁਸਾਰ ਹੀ ਕੁਦਰਤ ਮਹਾਨ ਵਿਅਕਤੀ, ਮਹਾਂਪੁਰਸ਼, ਮਹਾਨ ਚਿੰਤਕ ਅਤੇ ਮਹਾਨ ਵਿਗਿਆਨੀ ਉਪਜਾਉਂਦੀ ਹੈ। ਇਸੇ ਕਰਕੇ ਇੱਕ ਦੀ ਬਾਣੀ ਦੂਜੇ ਨਾਲੋਂ ਵੱਖਰੀ ਹੁੰਦੀ ਹੈ। ਹਰੇਕ ਮਹਾਨ ਵਿਅਕਤੀ ਸੋਚ ਅਤੇ ਅਨੁਭਵ ਦੀਆਂ ਨਵੀਆਂ ਅਤੇ ਨਿਵੇਕਲੀਆਂ ਡੂੰਘੀਆਂ ਸਿਖਰਾਂ ਸਿਰਜਦਾ ਹੈ। ਉੱਚੇ ਤਾਰੇ, ਉੱਚੇ ਦਰੱਖਤ ਅਤੇ ਉੱਚੀਆਂ ਇਮਾਰਤਾਂ ਆਸ਼ਾਵਾਦ ਦੇ ਸੁਨੇਹੇ ਹੁੰਦੀਆਂ ਹਨ। ਅਸੀਂ ਅਸਮਾਨ ਵੱਲ ਵੇਖ ਕੇ ਉਤਸ਼ਾਹ ਪ੍ਰਾਪਤ ਕਰਦੇ ਹਾਂ ਅਤੇ ਸਮੁੰਦਰ ਵੱਲ ਵੇਖਣ ਨਾਲ ਵਿਸ਼ਾਲਤਾ ਦੀ ਸੋਝੀ ਮਿਲਦੀ ਹੈ ਅਤੇ ਖੁੱਲ੍ਹੀਆਂ ਥਾਵਾਂ ਸੁਤੰਤਰਤਾ ਦਾ ਅਹਿਸਾਸ ਕਰਵਾਉਂਦੀਆਂ ਹਨ। ਮਹਾਨ ਵਿਅਕਤੀ ਵਿਸ਼ਾਲ ਰਸਤਿਆਂ 'ਤੇ ਤੁਰਨ ਲਈ ਤਾਂਘਦੇ ਹਨ, ਜਦੋਂ ਕਿ ਸਮਾਜ ਦੀਆਂ ਗਲੀਆਂ ਤੰਗ ਹੁੰਦੀਆਂ ਹਨ। ਸਾਰੇ ਮਹਾਨ ਵਿਅਕਤੀ ਗਰੀਬੀ ਵਿੱਚੋਂ ਉੱਠੇ ਸਨ ਅਤੇ ਜਿਹੜੇ ਮਹਾਂਵੀਰ ਅਤੇ ਬੁੱਧ ਵਾਂਗ ਸ਼ਾਹੀ ਪਰਿਵਾਰਾਂ ਵਿੱਚੋਂ ਸਨ, ਉਹਨਾਂ ਨੂੰ ਵੀ ਮਹਾਨਤਾ
ਰਾਜ ਮਹਿਲਾਂ ਨੂੰ ਤਿਆਗ ਕੇ ਹੀ ਪ੍ਰਾਪਤ ਹੋਈ ਸੀ। ਮਹਾਨ ਵਿਅਕਤੀ ਆਪਣਾ ਘਰ ਤਿਆਗਦੇ ਹਨ ਅਤੇ ਸਾਰਾ ਸੰਸਾਰ ਉਹਨਾਂ ਦਾ ਹੋ ਜਾਂਦਾ ਹੈ। ਸਰਬੱਤ ਦੇ ਭਲੇ ਦੇ ਅਭਿਲਾਸ਼ੀ ਨਾਨਕ ਨੂੰ ਆਪਣਾ ਘਰ ਛੋਟਾ ਲੱਗਦਾ ਸੀ। ਜਿਤਨੇ ਵੱਡੇ ਕਿਸੇ ਦੇ ਨਿਸ਼ਾਨੇ ਹੁੰਦੇ ਹਨ, ਕੁਰਬਾਨੀਆਂ ਅਤੇ ਹੌਸਲੇ ਵੀ ਉਤਨੇ ਹੀ ਵੱਡੇ ਹੋ ਜਾਂਦੇ ਹਨ। ਭਗਵਾਨ ਰਾਮ ਨੇ 14 ਸਾਲ ਦਾ ਬਨਵਾਸ ਕੱਟਿਆ, ਪਰ ਪਿਆਰੇ ਨਾਨਕ ਸਰਬੱਤ ਦੇ ਭਲੇ ਲਈ ਇਸ ਤੋਂ ਵੀ ਦੁੱਗਣਾ ਸਮਾਂ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਰਹੇ ਅਤੇ ਗੁਰੂ ਗੋਬਿੰਦ ਸਿੰਘ ਜੀ ਲਈ ਯੁੱਧ ਦਾ ਮੈਦਾਨ ਹੀ ਘਰ ਸੀ। ਜਦੋਂ ਮਨੁੱਖ ਮਹਾਨ ਆਦਰਸ਼ ਮਿੱਥ ਲੈਂਦਾ ਹੈ ਤਾਂ ਉਸ ਦੀਆਂ ਪਰੇਸ਼ਾਨੀਆਂ ਛੋਟੀਆਂ ਹੋ ਜਾਂਦੀਆਂ ਹਨ। ਕੁਦਰਤ ਨੇ ਕਿਸੇ ਵੀ ਮਹਾਨ ਵਿਅਕਤੀ ਨੂੰ ਮਿਹਨਤ, ਤਿਆਗ ਅਤੇ ਕੁਰਬਾਨੀ ਤੋਂ ਬਿਨਾਂ ਮਹਾਨ ਨਹੀਂ ਬਣਨ ਦਿੱਤਾ। ਮਹਾਨ ਵਿਅਕਤੀਆਂ ਨੇ ਜੋ ਕੁਝ ਪ੍ਰਾਪਤ ਕੀਤਾ ਹੈ ਉਹ ਨਾ ਕਿਸਮਤ ਨੇ ਦਿੱਤਾ ਹੈ, ਨਾ ਅਰਦਾਸਾਂ ਰਾਹੀਂ ਪ੍ਰਾਪਤ ਹੋਇਆ ਹੈ। ਉਹਨਾਂ ਨੇ ਕੁਰਬਾਨੀਆਂ, ਹਿੰਮਤ ਅਤੇ ਸੰਘਰਸ਼ ਰਾਹੀਂ ਹੀ ਪ੍ਰਾਪਤ ਕੀਤਾ ਹੈ। ਖੇਤਰ ਕੋਈ ਹੋਵੇ, ਸਫਲ ਹੋਣ ਵਾਲੇ ਵਿਅਕਤੀ ਆਪਣੀ ਧੁਨ ਵਿੱਚ ਚੱਲਦੇ ਹਨ, ਮੁਸੀਬਤਾਂ ਵਿਰੁੱਧ ਜੂਝਦੇ ਹਨ, ਹਾਰਦੇ ਹਨ, ਪਰ ਹਾਰਨ ਤੋਂ ਡਰਦੇ ਨਹੀਂ। ਹਾਰ ਕੇ ਉਹ ਬਹਿ ਨਹੀਂ ਜਾਂਦੇ। ਜਿਨ੍ਹਾਂ ਨੂੰ ਆਪਣੀ ਜਿੱਤ ਵਿੱਚ ਨਿਸ਼ਚਾ ਹੁੰਦਾ ਹੈ, ਉਹ ਹਾਰ ਨੂੰ ਵੀ ਸਫਲਤਾ ਦਾ ਇੱਕ ਪੜਾਅ ਬਣਾ ਲੈਂਦੇ ਹਨ ਅਤੇ ਉਹਨਾਂ ਦੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਦੀਆਂ ਸਾਰਾ ਸੰਸਾਰ ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਸਾਖੀਆਂ, ਕਹਾਣੀਆਂ ਸੁਣਦਾ ਅਤੇ ਸੁਣਾਉਂਦਾ ਹੈ। ਬੁੱਧ ਨਾਲ ਅਤੇ ਰਾਮ ਨਾਲ ਇਵੇਂ ਹੀ ਹੋਇਆ ਸੀ। ਮਨੁੱਖ ਜਾਣਦਾ ਹੈ ਕਿ ਜਿਸ ਵੱਲ ਕ੍ਰਿਸ਼ਨ ਹੋਵੇਗਾ ਉਸ ਦੀ ਹੀ ਜਿੱਤ ਹੋਵੇਗੀ। ਜਿੱਤ ਕ੍ਰਿਸ਼ਨ ਕਰਕੇ ਨਹੀਂ ਹੋਵੇਗੀ, ਕ੍ਰਿਸ਼ਨ ਹੀ ਜਿੱਤ ਹੈ। ਇਵੇਂ ਹੀ ਗੁਰੂ ਗੋਬਿੰਦ ਸਿੰਘ ਹਿੰਮਤ ਅਤੇ ਸੰਘਰਸ਼ ਦਾ ਚਸ਼ਮਾ ਹਨ। ਮਹਾਨ ਵਿਅਕਤੀ ਹੋਰ ਮਹਾਨ ਵਿਅਕਤੀ ਉਪਜਾਉਂਦੇ ਹਨ। ਇਹੀ ਮਹਾਨਤਾ ਦਾ ਉਦੇਸ਼ ਹੁੰਦਾ ਹੈ। ਜੇ ਬੁੱਧ ਨਾ ਹੁੰਦਾ ਤਾਂ ਅਸ਼ੋਕ ਦਾ ਹੋਣਾ ਸੰਭਵ ਨਹੀਂ ਸੀ। ਜੇ ਈਸਾ ਨਾ ਹੁੰਦਾ, ਮਦਰ ਟਰੇਸਾ ਨਹੀਂ ਸੀ ਹੋਣੀ। ਜੇ ਸਿਕੰਦਰ ਨਾ ਹੁੰਦਾ, ਨਪੋਲੀਅਨ ਨਹੀਂ ਸੀ ਹੋਣਾ। ਜੇ ਮਾਰਕਸ ਨਾ ਹੁੰਦਾ ਤਾਂ ਲੈਨਿਨ ਦਾ ਹੋਣਾ ਸੰਭਵ ਨਹੀਂ ਸੀ। ਸੂਰਜ, ਚੰਨ, ਤਾਰੇ ਉੱਚੇ ਹਨ। ਅਸਲ ਵਿੱਚ ਇਹ ਉੱਚੇ ਨਹੀਂ, ਦੂਰ ਹਨ ਅਤੇ ਦੂਰ ਹੋਣ ਕਰਕੇ ਉੱਚੇ ਲੱਗਦੇ ਹਨ ਅਤੇ ਸਾਡੇ ਲਈ ਹਿੰਮਤ ਨਾਲ ਉੱਚੇ ਹੋਣ ਦਾ ਪ੍ਰੇਰਨਾ ਸਰੋਤ ਹਨ। ਹੰਸ ਦਾ ਧਰਤੀ ਵੱਲੋਂ ਅਸਮਾਨ ਵੱਲ ਉੱਡਣਾ ਆਤਮਾ ਦੀ ਉਡਾਰੀ ਨੂੰ ਰੂਪਮਾਨ ਕਰਦਾ ਹੈ। ਇਸੇ ਕਰਕੇ ਅਸਮਾਨ ਵਿੱਚ ਉੱਡਦੇ ਪੰਛੀ ਚੰਗੇ ਲੱਗਦੇ ਹਨ। ਮਹਾਨ ਵਿਅਕਤੀ ਸਾਬਤ ਕਰ ਦਿੰਦੇ ਹਨ ਕਿ ਸਿਦਕ ਅਤੇ ਸਿਰੜ ਨਾਲ, ਭਰੋਸੇ ਅਤੇ ਵਿਸ਼ਵਾਸ ਨਾਲ ਇੱਕ ਵਿਅਕਤੀ ਵੀ ਜੇ ਕਰਨ 'ਤੇ ਆ ਜਾਵੇ ਤਾਂ ਕੀ ਹੋਇਆ ਜੋ ਉਹ ਨਹੀਂ ਕਰ ਸਕਦਾ। ਮਾਨਵ ਜਾਤੀ ਨੂੰ ਮਹਾਨ ਵਿਅਕਤੀਆਂ, ਮਹਾਨ ਕਾਰਨਾਮਿਆਂ, ਮਹਾਨ ਇਮਾਰਤਾਂ, ਮਹਾਨ ਵਰਤਾਰਿਆਂ, ਮਹਾਨ ਕਾਢਾਂ ਅਤੇ ਮਹਾਨ ਕਲਾਕਾਰਾਂ ਦੀ ਲੋੜ ਹੁੰਦੀ ਹੈ, ਕਿਉਂਕਿ ਇਹਨਾਂ ਨਾਲ ਨਾਇਕ ਉਪਜਦੇ ਹਨ ਜਿਹੜੇ ਨਵੀਆਂ ਮਿਸਾਲਾਂ ਸਿਰਜਦੇ ਹਨ। ਟਰਾਏ ਨਾਂ ਦਾ ਬਹਾਦਰ ਯੋਧਾ ਹੋਮਰ ਦੇ ਮਹਾਕਾਵਿ ਇਲੀਅਡ ਦਾ ਨਾਇਕ ਸੀ, ਜਿਸ ਦੀ ਕਬਰ 'ਤੇ ਸਿਜਦਾ ਕਰਨਾ ਸਿਕੰਦਰ ਦੇ ਬਚਪਨ ਦਾ ਸੁਪਨਾ ਸੀ। ਸਿਜਦਿਆਂ ਕਰਦਿਆਂ ਹੀ ਸਿਕੰਦਰ ਨੂੰ ਸੰਸਾਰ ਫਤਿਹ ਕਰਨ ਦਾ ਫੁਰਨਾ ਫੁਰਿਆ ਸੀ। ਜੇ ਮਨੁੱਖ ਨੇ ਮਾਊਂਟ ਐਵਰੈਸਟ ਫਤਿਹ ਨਾ ਕੀਤੀ ਹੁੰਦੀ ਤਾਂ ਉਸ ਨੂੰ ਚੰਨ 'ਤੇ ਉਤਰਨ ਦਾ ਖਿਆਲ ਹੀ ਨਹੀਂ ਸੀ ਆਉਣਾ। ਜੇ ਲਿੰਕਨ ਨੇ ਅਮਰੀਕਾ ਵਿੱਚੋਂ ਗੁਲਾਮੀ ਦੂਰ ਨਾ ਕੀਤੀ ਹੁੰਦੀ ਤਾਂ ਅਮਰੀਕਾ ਦੀ ਬੰਦਰਗਾਹ ਉੱਤੇ ਆਜ਼ਾਦੀ ਦੀ ਦੇਵੀ ਦੀ ਮੂਰਤੀ ਸੰਭਵ ਨਹੀਂ ਸੀ ਹੋਣੀ। ਜੇ ਗੁਟਨਬਰਗ ਨੇ ਛਾਪੇਖਾਨੇ ਦੀ ਕਾਢ ਨਾ ਕੱਢੀ ਹੁੰਦੀ ਤਾਂ ਵਿਗਿਆਨ ਦਾ ਯੁੱਗ ਹੀ ਨਹੀਂ ਸੀ ਆਉਣਾ। ਨਵੇਂ ਰਾਹ ਲੱਭਣੇ ਸੌਖੇ ਨਹੀਂ ਹੁੰਦੇ, ਨਵੇਂ ਰਾਹਾਂ ਨੂੰ ਮਹਾਨ ਵਿਅਕਤੀ ਹੀ ਲੱਭਦੇ ਹਨ। ਮਹਾਨ ਵਿਅਕਤੀ ਜਿਨ੍ਹਾਂ ਰਾਹਾਂ ਤੋਂ ਲੰਘਦੇ ਹਨ ਉਹ ਉਹਨਾਂ ਦੇ ਲੰਘਣ ਕਾਰਨ ਵਿਸ਼ਾਲ ਹੀ ਨਹੀਂ ਹੁੰਦੇ, ਤੀਰਥ ਯਾਤਰਾ ਦਾ ਮਾਰਗ ਵੀ ਬਣ ਜਾਂਦੇ ਹਨ। ਅਮਰਨਾਥ ਅਤੇ ਹੇਮਕੁੰਡ ਦੇ ਮਾਰਗ ਇਵੇਂ ਹੀ ਬਣੇ ਹਨ। ਬਹੁਤੇ ਲੋਕ ਸੰਸਾਰ ਨੂੰ ਜਿਉਂਦਾ ਤਿਉਂ ਪ੍ਰਵਾਨ ਕਰ ਲੈਂਦੇ ਹਨ, ਪਰ ਜਿਹੜੇ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ ਸੋਚਦੇ ਹਨ ਉਹਨਾਂ ਨੂੰ ਆਪਣਾ ਪਰਿਵਾਰ ਅਤੇ ਆਪਣਾ ਘਰ ਬਣ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਪੈਮਾਨਾ ਸਾਰਾ ਸੰਸਾਰ ਹੁੰਦਾ ਹੈ। ਇਹੀ ਹੁੰਦੇ ਹਨ ਜਿਹੜੇ ਸੰਸਾਰ ਨੂੰ ਬਦਲਣ ਦਾ ਬੀੜਾ ਚੁੱਕਦੇ ਹਨ। ਮਹਾਨ ਵਿਅਕਤੀਆਂ ਕੋਲ ਇੱਕ ਅਜਿਹੀ ਨੀਝ ਹੁੰਦੀ ਹੈ ਜਿਹੜੀ ਰੁਕਾਵਟਾਂ, ਹਨੇਰਿਆਂ ਅਤੇ ਮੁਸ਼ਕਿਲਾਂ ਤੋਂ ਪਾਰ ਵੇਖਣ ਲੱਗ ਪੈਂਦੀ ਹੈ। ਨਵੀਆਂ ਧਰਤੀਆਂ ਨੂੰ ਲੱਭਣ ਦੇ ਪ੍ਰਤੀਕ ਕੋਲੰਬਸ ਨੂੰ ਸਮੁੰਦਰ ਤੋਂ ਪਾਰ ਧਰਤੀ ਦਿਸਦੀ ਸੀ, ਜਦੋਂ ਕਿ ਉਸ ਦੇ ਸਾਥੀਆਂ ਨੂੰ ਸਮੁੰਦਰ ਦਾ ਕੇਵਲ ਪਾਣੀ ਹੀ ਦਿਸਦਾ ਸੀ। ਮਨੁੱਖ ਨੂੰ ਭੋਜਨ ਨਾਲੋਂ ਵੀ ਵਧੇਰੇ ਉਤਸ਼ਾਹ ਅਤੇ ਹੌਸਲੇ ਦੀ ਲੋੜ ਹੁੰਦੀ ਹੈ। ਜਦੋਂ ਵੀ ਤੁਸੀਂ ਹੌਸਲਾ ਵਿਖਾਓਗੇ, ਕੁਝ ਨਵਾਂ ਸਿਰਜੇ ਜਾਣਾ ਯਕੀਨੀ ਹੋ ਜਾਵੇਗਾ। ਨਵਾਂ ਆਤਮ ਵਿਸ਼ਵਾਸ ਦਾ ਨਰੋਆ ਪ੍ਰਗਟਾਵਾ ਹੁੰਦਾ ਹੈ। ਨਵੇਂ ਨੂੰ ਨਵੇਂ ਵਿਚਾਰਾਂ ਨੂੰ ਵਿਰੋਧਤਾ ਸਹਿਣੀ ਪੈਂਦੀ ਹੈ। ਗੈਲੀਲੀਓ ਅਤੇ ਕਾਪਰਨਿਕਸ ਨਾਲ ਇਵੇਂ ਹੀ ਹੋਇਆ ਸੀ। ਗਾਂਧੀ, ਮਾਰਟਿਨ ਲੂਥਰ ਕਿੰਗ ਅਤੇ ਨੈਸ਼ਨਲ
ਨੇਲਸਨ ਮੰਡੇਲਾ ਨੇ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ ਸੰਬੰਧੀ ਫੈਸਲਾ ਉਹਨਾਂ ਘੜੀਆਂ ਵਿੱਚ ਕੀਤਾ ਸੀ ਜਦੋਂ ਉਹਨਾਂ ਦੀ ਅੱਤ ਦਰਜੇ ਦੀ ਬੇਇੱਜ਼ਤੀ ਹੋ ਰਹੀ ਸੀ। ਹਰੇਕ ਮਹਾਨ ਵਿਅਕਤੀ ਨੂੰ ਦੁੱਖ ਝੱਲਣੇ ਪਏ ਹਨ। ਅੱਗ ਵਿੱਚ ਪਏ ਬਿਨਾਂ ਸੋਨਾ ਚਮਕਦਾ ਨਹੀਂ, ਰਗੜ ਤੋਂ ਬਿਨਾਂ ਹੀਰੇ ਲਿਸ਼ਕਦੇ ਨਹੀਂ, ਮਰੇ ਬਿਨਾਂ ਅਜੇ ਤੱਕ ਕੋਈ ਅਮਰ ਨਹੀਂ ਹੋਇਆ। ਵਕਤ ਤੋਂ ਅੱਗੇ ਲੰਘਣ ਵਾਲਿਆਂ ਨੂੰ ਇੱਕ ਲਾਪਾ ਹੰਢਾਉਣਾ ਪੈਂਦਾ ਹੈ। ਜੋ ਵੀ ਆਪਣੇ ਵਿਚਾਰਾਂ ਅਤੇ ਕਾਰਜਾਂ ਕਾਰਨ ਭੀੜ ਤੋਂ ਵੱਖਰਾ ਹੋਵੇਗਾ, ਵੱਖਰਾ ਹੋਣ ਕਾਰਨ ਭੀੜ ਉਸ ਦਾ ਵਿਰੋਧ ਕਰੇਗੀ। ਸੋਚ ਅਤੇ ਸੱਚ ਵਿਅਕਤੀਗਤ ਹੁੰਦੇ ਹਨ। ਮਹਾਨ ਵਿਅਕਤੀ ਦੁੱਖਾਂ ਅਤੇ ਅਸਫਲਤਾਵਾਂ ਨੂੰ ਚੁੱਪ ਕਰਕੇ ਸਹਿੰਦੇ ਹਨ। ਇਸੇ ਕਰਕੇ ਉਹ ਉੱਤਮ ਹੁੰਦੇ ਹਨ। ਉੱਤਮਤਾ ਗੁਣ ਦੀ ਹੁੰਦੀ ਹੈ, ਗਿਣਤੀ ਦੀ ਨਹੀਂ। ਜੋ ਵੀ ਉੱਤਮ ਹੈ ਜਾਂ ਮਹਾਨ ਹੈ ਉਹ ਗਿਣਤੀ ਵਿੱਚ ਥੋੜ੍ਹਾ ਹੋਵੇਗਾ। ਮਹਾਨ ਵਿਅਕਤੀ ਦਾ ਜਸ ਇਸ ਕਰਕੇ ਗਾਇਆ ਜਾਂਦਾ ਹੈ ਕਿਉਂਕਿ ਜਿਤਨੇ ਮਹਾਨ ਵਿਅਕਤੀਆਂ ਦੀ ਸੰਸਾਰ ਨੂੰ ਲੋੜ ਹੁੰਦੀ ਹੈ ਉਤਨੇ ਹੁੰਦੇ ਨਹੀਂ। ਜਿਤਨੇ ਮਹਾਨ ਸਾਹਿਤ ਦੀ ਲੋੜ ਹੁੰਦੀ ਹੈ ਉਤਨਾ ਉਪਜਦਾ ਨਹੀਂ। ਜਿਤਨੇ ਮਹਾਨ ਚਿੰਤਕ ਸੰਸਾਰ ਨੂੰ ਲੋੜੀਂਦੇ ਹਨ ਉਤਨੇ ਹਨ ਨਹੀਂ। ਮਹਾਨ ਸਾਹਿਤ ਨਾਲ ਅਸੀਂ ਉੱਚੇ ਵੀ ਉੱਠਦੇ ਹਾਂ ਅਤੇ ਡੂੰਘੇ ਵੀ ਉਤਰਦੇ ਹਾਂ। ਅਨੇਕਾਂ ਲੋਕ ਮਹਾਨ ਪੁਸਤਕਾਂ ਪੜ੍ਹਨ ਦੇ ਬਾਵਜੂਦ ਜਿੱਥੇ ਉਹ ਹੁੰਦੇ ਹਨ ਉੱਥੇ ਹੀ ਰਹਿੰਦੇ ਹਨ ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਮਹਾਨ ਸਾਹਿਤ ਪੜ੍ਹਨ ਅਤੇ ਸੋ ਜਾਣ ਲਈ ਨਹੀਂ, ਜਾਗਣ ਅਤੇ ਪਾਰ ਜਾਣ ਦਾ ਵਸੀਲਾ ਹੈ। ਹਉਮੈ ਤੋਂ ਨਿਮਰਤਾ ਵੱਲ, ਨਿੱਜ ਤੋਂ ਸਰਬੱਤ ਵੱਲ, ਅਗਿਆਨਤਾ ਤੋਂ ਗਿਆਨ ਵੱਲ। ਮਹਾਨ ਸਾਹਿਤ ਵਿੱਚ ਫਤਿਹ ਦੇ ਭਰੋਸੇ ਦਾ ਨੂਰ ਹੁੰਦਾ ਹੈ। ਇਹ ਸਾਨੂੰ ਅੰਦਰੋਂ ਬਾਹਰੋਂ ਵਿਸ਼ਾਲ ਖੁਸ਼ਹਾਲ ਕਰਦਾ ਹੈ। ਮਹਾਨ ਲੇਖਕ ਸ਼ੇਖ ਸਾਦੀ, ਸ਼ੇਕਸਪੀਅਰ, ਜਿਬਰਾਨ ਆਦਿ ਸੰਸਾਰ ਨੂੰ ਜਿਵੇਂ ਵੇਖਦੇ ਪ੍ਰਗਟਾਉਂਦੇ ਹਨ ਉਵੇਂ ਪਹਿਲਾਂ ਕਿਸੇ ਨੇ ਵੇਖਿਆ ਪ੍ਰਗਟਾਇਆ ਨਹੀਂ ਹੁੰਦਾ। ਮਹਾਨ ਸਾਹਿਤ ਵਿੱਚ ਕੋਈ ਰਾਜਨੀਤੀ ਨਹੀਂ ਹੁੰਦੀ। ਉਸ ਵਿੱਚ ਸਮਾਜ ਸੁਧਾਰ ਦੀਆਂ ਵੀ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ। ਮਹਾਨ ਪੁਸਤਕਾਂ ਵਿਸ਼ਵ ਦਾ ਸਦੀਵੀ ਗਿਆਨ ਅਤੇ ਸਰਬਕਾਲੀ ਡੂੰਘੇ ਅਨੁਭਵ ਪੇਸ਼ ਕਰਦੀਆਂ ਹਨ। ਇਹ ਪੁਸਤਕਾਂ ਪਰਮ ਤੱਤ ਨਾਲ, ਸਮੁੱਚੀ ਮਾਨਵ ਜਾਤੀ ਨਾਲ, ਸਾਰੇ ਸਮਿਆਂ ਨਾਲ ਇੱਕ ਸੁਰ ਹੁੰਦੀਆਂ ਹਨ। ਇਸੇ ਲਈ ਇਹ ਪੁਰਾਣੀਆਂ ਨਹੀਂ ਹੁੰਦੀਆਂ। ਮਹਾਨ ਸੰਗੀਤ ਉਹ ਹੈ ਜਿਹੜਾ ਪੁਰਾਣਾ ਹੋਵੇ ਪਰ ਹਰ ਵੇਲੇ ਨਵਾਂ ਲੱਗੇ। ਕਲਾਸੀਕਲ ਭਾਰਤੀ ਸੰਗੀਤ ਹਜ਼ਾਰਾਂ ਸਾਲ ਪੁਰਾਣਾ ਹੈ। ਇਸੇ ਗੁਣ ਕਰਕੇ ਹਜ਼ਾਰਾਂ ਸਾਲ ਇਹ ਨਵਾਂ ਰਹੇਗਾ। ਜੋ ਕਲਾਕ੍ਰਿਤ ਮਹਾਨ ਹੈ ਉਹ ਸਾਨੂੰ ਚੁੱਪ ਕਰਨ, ਡੂੰਘੇ ਉਤਰਨ ਅਤੇ ਸ਼ਾਂਤ ਹੋਣ ਦੀ ਪ੍ਰੇਰਨਾ ਦਿੰਦੀ ਹੈ। ਮਹਾਨ ਸਾਹਿਤ ਤਾਂ ਮਹਾਨ ਹੈ ਹੀ, ਇਸ ਦੀ ਵਿਆਖਿਆ ਕਰਨ ਜਾਂ ਕਥਾ ਸੁਣਾਉਣ ਵਾਲੇ ਵੀ ਪੂਜੇ ਗਏ ਹਨ। ਵੇਦ ਅਤੇ ਉਪਨਿਸ਼ਦ ਰਿਸ਼ੀਆਂ ਮੁਨੀਆਂ ਨੇ ਲਿਖੇ ਕਿਉਂਕਿ ਉਹਨਾਂ ਨੂੰ ਮਨੁੱਖ ਦੀ ਆਤਮਾ ਦੀ ਚਿੰਤਾ ਸੀ। ਭਾਰਤ ਵਿੱਚ ਜਿਸ ਨੇ ਮਨੁੱਖੀ ਆਤਮਾ ਦੀ ਚਿੰਤਾ ਕੀਤੀ ਹੈ ਉਸ ਦੇ ਚਿੰਤਨ ਨੂੰ ਪੂਜਿਆ ਗਿਆ ਹੈ। ਰਿਸ਼ੀ ਮੁਨੀ ਆਪਣੀਆਂ ਨਿੱਜੀ ਚਿੰਤਾਵਾਂ ਤੋਂ ਮੁਕਤ ਹੋ ਕੇ ਚਿੰਤਨ ਕਰਨ ਲਈ ਸੰਨਿਆਸੀ ਬਣੇ ਸਨ। ਉਹ ਜ਼ਿੰਦਗੀ ਤੋਂ ਦੌੜੇ ਨਹੀਂ ਸਨ। ਉਹਨਾਂ ਨੇ ਜੋ ਚਿੰਤਨ ਕੀਤਾ ਉਹ ਵੱਡੇ ਅਤੇ ਸੰਪੂਰਨ ਤਿਆਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹ ਸੰਨਿਆਸੀ ਬਣ ਕੇ ਪਹਾੜਾਂ ਵਿੱਚ ਲੁਕਣ ਲਈ ਨਹੀਂ ਸਨ ਗਏ। ਪਹਾੜ ਉਹਨਾਂ ਦੀ ਪਾਠਸ਼ਾਲਾ ਸਨ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਉੱਚੇ ਅਤੇ ਸੁੱਚੇ ਨਵੇਂ ਪ੍ਰਯੋਗ ਕੀਤੇ ਅਤੇ ਸਦੀਵੀ ਗਿਆਨ ਸਿਰਜਿਆ। ਗਿਆਨ ਰਿਸ਼ੀਆਂ ਮੁਨੀਆਂ ਵਿੱਚ ਸੀ। ਪਹਾੜ ਉਹਨਾਂ ਦੇ ਗਿਆਨ ਦੀਆਂ ਉਚਾਈਆਂ ਨਾਲ ਇੱਕ ਸੁਰ ਸਨ। ਉਹਨਾਂ ਦੇ ਇਰਾਦੇ ਉੱਚੇ ਸਨ। ਉਹਨਾਂ ਦੀ ਲਗਨ ਡੂੰਘੀ ਸੀ। ਇਰਾਦਿਆਂ ਨੇ ਉਹਨਾਂ ਨੂੰ ਥੱਕਣ ਨਾ ਦਿੱਤਾ, ਲਗਨ ਨੇ ਉਹਨਾਂ ਨੂੰ ਹਾਰਨ ਨਾ ਦਿੱਤਾ। ਮਹਾਨਤਾ ਦਾ ਦਰਜਾ ਕੁਝ ਚੁਣਵੇਂ ਵਿਅਕਤੀਆਂ ਨੂੰ ਹੀ ਮਿਲਦਾ ਹੈ। ਮਨੁੱਖੀ ਜੀਵਨ ਦੇ 3 ਆਧਾਰ ਹਨ: ਸਰੀਰ, ਬੁੱਧੀ ਅਤੇ ਆਤਮਾ। ਸਰੀਰ ਦੀ ਜਨਨੀ ਹੋਣ ਕਰਕੇ ਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਬੌਧਿਕ ਪੱਖੋਂ ਸਾਡਾ ਵਿਕਾਸ ਕਰਕੇ ਅਧਿਆਪਕ ਸਨਮਾਨੇ ਜਾਂਦੇ ਹਨ। ਪਰ ਮਹਾਨਤਾ ਉਹਨਾਂ ਨੂੰ ਹੀ ਮਿਲੀ ਹੈ ਜਿਨ੍ਹਾਂ ਨੇ ਸਾਡੀ ਆਤਮਾ ਦੇ ਵਿਕਾਸ ਦੀ ਚਿੰਤਾ ਕੀਤੀ ਹੈ। ਮੱਧਕਾਲ ਧਰਮ ਦਾ ਯੁੱਗ ਸੀ। ਬੌਧਿਕ ਪੱਖੋਂ ਅਸੀਂ ਅਜੇ ਵੀ ਮੱਧਕਾਲ ਵਿੱਚ ਹਾਂ। ਸੋ ਸਾਡੇ ਦੇਸ਼ ਦੇ ਬਹੁਤੇ ਮਹਾਨ ਵਿਅਕਤੀ ਧਰਮ ਨਾਲ ਸੰਬੰਧਿਤ ਹਨ। ਯੂਰਪ ਵਿੱਚ ਧਰਮ ਦੇ ਨਾਲ ਨਾਲ ਵਿਗਿਆਨ ਦੇ ਖੇਤਰ ਦੇ ਮਹਾਨ ਵਿਅਕਤੀ ਵੀ ਸਨਮਾਨੇ ਜਾਂਦੇ ਹਨ। ਜਿਨ੍ਹਾਂ ਨੇ ਪੈਨਸਲੀਨ ਦੀ ਕਾਢ ਕੱਢੀ ਜਾਂ ਤਪਦਿਕ ਦਾ ਇਲਾਜ ਲੱਭਿਆ ਉਹ ਮਹਾਨ ਸਨ। ਨਿਊਟਨ ਨੇ ਸਮਝਾਇਆ ਕਿ ਕੁਦਰਤ ਦੇ ਨੇਮ ਕੀ ਹਨ। ਆਈਨਸਟਾਈਨ ਨੇ ਦੱਸਿਆ ਕਿ ਸੰਸਾਰ ਚੱਲਦਾ ਕਿਵੇਂ ਹੈ। ਐਡੀਸਨ, ਮਾਰਕਸ, ਫਰਾਇਡ, ਡਾਰਵਿਨ ਆਦਿ ਸਾਰੇ ਮਹਾਨ ਸਨ ਕਿਉਂਕਿ ਉਹਨਾਂ ਦੇ ਵਿਚਾਰਾਂ ਨਾਲ ਸੰਸਾਰ ਬਦਲਿਆ ਹੈ। ਮਹਾਨ ਵਿਅਕਤੀ ਸਮੁੱਚੇ ਸੰਸਾਰ ਨੂੰ ਆਪਣੀ ਸੋਚ ਪਹਿਨਾ ਦਿੰਦੇ ਹਨ। ਇਵੇਂ ਹੀ ਕਲਾਕਾਰ ਅਸੰਭਵ ਨੂੰ ਸੰਭਵ ਕਰ ਵਿਖਾਉਂਦੇ ਹਨ। ਜੋ ਕੁਝ ਕਲਾਕਾਰ ਲਈ ਵੀ ਅਸੰਭਵ ਹੁੰਦਾ ਹੈ ਉਹ ਕਰ ਵਿਖਾਉਣ ਵਾਲੇ ਨੂੰ ਜੀਨੀਅਸ ਕਹਿੰਦੇ ਹਨ। ਜੋ ਜੀਨੀਅਸ ਕਰਦਾ ਹੈ ਉਸ ਨੂੰ ਸਾਰੀ ਮਾਨਵ ਜਾਤੀ ਅਪਣਾ ਲੈਂਦੀ ਹੈ। 20ਵੀਂ ਸਦੀ ਦੇ ਅੱਧ ਨੇੜੇ ਜਦੋਂ ਰੋਜਰ ਬੈਨਿਸਟਰ ਨੇ 1 ਮੀਲ ਦੀ ਦੌੜ 4 ਮਿੰਟ ਨਾਲੋਂ ਘੱਟ ਸਮੇਂ ਵਿੱਚ ਦੌੜੀ ਤਾਂ ਸੈਂਕੜੇ ਸਾਲਾਂ ਤੋਂ ਜਿਸ ਕਾਰਜ ਨੂੰ ਅਸੰਭਵ ਸਮਝਿਆ ਜਾਂਦਾ ਸੀ ਉਹ ਯਥਾਰਥ ਬਣ ਗਿਆ ਅਤੇ ਉਸੇ ਸਾਲ 37 ਹੋਰ ਵਿਅਕਤੀਆਂ ਨੇ ਇਹੀ ਕਮਾਲ ਕਰ ਵਿਖਾਇਆ।
ਜਿੱਥੇ ਲੀਹ ਪੈ ਜਾਵੇ ਉੱਥੇ ਸੜਕ ਬਣਨ ਵਿੱਚ ਦੇਰ ਨਹੀਂ ਲੱਗਦੀ। ਲੰਮੇ ਅਰਸੇ ਤੋਂ ਯੂਰਪ ਵਿੱਚ ਇਹ ਭਰਮ ਪਾਲਿਆ ਜਾ ਰਿਹਾ ਸੀ ਕਿ ਚਿੱਟੀ ਚਮੜੀ ਨੂੰ ਹਰਾਉਣਾ ਅਸੰਭਵ ਹੈ, ਪਰ 20ਵੀਂ ਸਦੀ ਦੇ ਆਰੰਭ ਵਿੱਚ ਪੀਲੀ ਚਮੜੀ ਵਾਲੇ ਜਾਪਾਨੀਆਂ ਨੇ ਚਿੱਟੀ ਚਮੜੀ ਵਾਲੇ ਰੂਸੀਆਂ ਨੂੰ ਹਰਾ ਕੇ ਇਹ ਭਰਮ ਤੋੜ ਦਿੱਤਾ ਅਤੇ ਨਤੀਜੇ ਵਜੋਂ ਸਾਰੇ ਵਿਸ਼ਵ ਵਿੱਚ ਸੁਤੰਤਰਤਾ ਅੰਦੋਲਨ ਚੱਲੇ, ਜਿਨ੍ਹਾਂ ਕਰਕੇ ਹੁਣ ਸਾਰਾ ਸੰਸਾਰ ਸੁਤੰਤਰ ਹੈ। ਮਹਾਨ ਤਾਂ ਤੈਮੂਰ ਲਿੰਗ, ਚੰਗੇਜ਼ ਖਾਨ ਅਤੇ ਹਿਟਲਰ ਵੀ ਸਨ, ਪਰ ਉਹ ਨਫ਼ਰਤ ਦੇ ਪ੍ਰੇਰੇ ਹੋਣ ਕਰਕੇ ਜਿੱਤਣ ਦੇ ਲਾਲਚ ਵਿੱਚ ਹਾਰ ਗਏ ਅਤੇ ਪ੍ਰਸਿੱਧ ਹੋਣ ਦੀ ਲਾਲਸਾ ਵਿੱਚ ਬਦਨਾਮ ਹੋ ਗਏ। ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ। ਯੁੱਧ ਵਿੱਚ ਤਬਾਹੀ ਹੁੰਦੀ ਹੈ, ਪਰ ਕਈ ਵੱਡੇ ਨਿਰਣੇ ਵੱਡੀਆਂ ਕੁਰਬਾਨੀਆਂ ਕਰਕੇ ਵੱਡੀਆਂ ਤਬਾਹੀਆਂ ਵਿੱਚੋਂ ਲੰਘ ਕੇ ਹੀ ਸੰਭਵ ਹੁੰਦੇ ਹਨ। ਯੁੱਧ ਮਨੁੱਖ ਦੇ ਹੌਸਲੇ, ਸੂਰਬੀਰਤਾ, ਹੱਠ ਅੜੇ ਰਹਿਣ ਦੀ ਯੋਗਤਾ, ਦ੍ਰਿੜਤਾ, ਸਵੈਮਾਨ ਅਤੇ ਅਣਖ ਨੂੰ ਉਗਾੜਦੇ ਹਨ ਅਤੇ ਮਨੁੱਖੀ ਵਿਹਾਰ ਦੇ ਨਵੇਂ ਮਾਪਤੋਲ ਸਿਰਜਦੇ ਹਨ। ਮੌਲਿਕਤਾ ਜਾਂ ਨਵੀਨਤਾ ਮਹਾਨਤਾ ਦਾ ਬੁਨਿਆਦੀ ਲੱਛਣ ਹੈ। ਇਸੇ ਕਰਕੇ ਵੀਰਤਾ ਦੀ ਇੱਕ ਵੀ ਉਦਾਹਰਨ ਕਿਸੇ ਹੋਰ ਉਦਾਹਰਨ ਨਾਲ ਨਹੀਂ ਮਿਲਦੀ। ਵੀਰਤਾ ਕਾਰਨ ਹੀ ਕਿਸੇ ਦੇਸ਼ ਦਾ ਝੰਡਾ ਝੂਲਦਾ ਹੈ। ਝੰਡਾ ਕੱਪੜੇ ਦਾ ਰੋਟਾ ਹੀ ਨਹੀਂ ਹੁੰਦਾ, ਇਸ ਦੀ ਹਰੇਕ ਤੰਦ ਵਿੱਚ ਉਦਮੀ ਲੋਕਾਂ ਦੀ ਮਿਹਨਤ, ਸੂਰਬੀਰਾਂ ਦਾ ਸਾਹਸ, ਸ਼ਹੀਦਾਂ ਦੀਆਂ ਕੁਰਬਾਨੀਆਂ, ਜਰਨੈਲਾਂ ਦੀ ਦਲੇਰੀ, ਮਾਵਾਂ ਦੇ ਦਿਲ ਦੀਆਂ ਧੜਕਣਾਂ ਅਤੇ ਅਰਦਾਸਾਂ, ਕੌਮ ਦਾ ਸਵੈਮਾਨ, ਸਿਆਣਿਆਂ ਦੀ ਸੂਝ ਅਤੇ ਦੇਸ਼ ਦਾ ਇਤਿਹਾਸ ਪਰੋਏ ਹੁੰਦੇ ਹਨ। ਮਹਾਨਤਾ ਦੀ ਪ੍ਰਸ਼ੰਸਾ ਵਿੱਚ ਬੋਲੇ ਗਏ ਸਾਰੇ ਸ਼ਬਦ ਅਤੇ ਵਿਸ਼ੇਸ਼ਣ ਪਰਮਾਤਮਾ ਦੇ ਗੁਣਾਂ ਦੇ ਨਾਂ ਹੁੰਦੇ ਹਨ। ਮਹਾਨ ਵਿਅਕਤੀਆਂ ਨੇ ਜੋ ਕੁਝ ਵੀ ਕੀਤਾ ਹੈ ਉਹ ਉਹਨਾਂ ਨੇ ਆਪਣੇ ਇੱਕ ਹੀ ਜਨਮ ਵਿੱਚ ਕੀਤਾ ਹੈ। ਮਹਾਨ ਹੋਣ ਕਰਕੇ ਨਿੰਦਾ ਕਰਨ, ਸੁਣਨ ਤੋਂ ਮੁਕਤ ਅਤੇ ਸਾੜੇ ਈਰਖਾ ਤੋਂ ਭਿੱਜ ਹੁੰਦੇ ਹਨ। ਮਹਾਨ ਵਿਅਕਤੀਆਂ ਵਿਚਕਾਰ ਭਾਵੇਂ ਸਦੀਆਂ ਦਾ ਅੰਤਰ ਹੋਵੇ, ਉਹ ਸਾਰੇ ਇੱਕ ਦੂਜੇ ਦੇ ਸਮਕਾਲੀ ਲੱਗਦੇ ਹਨ। ਹਰੇਕ ਨਵੀਂ ਕਾਢ ਪਰਮਾਤਮਾ ਦੀ ਹੋਂਦ ਦਾ ਨਵਾਂ ਸਬੂਤ ਹੁੰਦੀ ਹੈ, ਕਿਉਂਕਿ ਮਹਾਨ ਵਿਅਕਤੀ ਪਰਮਾਤਮਾ ਦਾ ਸੌਂਪਿਆ ਕੰਮ ਹੀ ਕਰਦੇ ਹਨ। ਪਰਮਾਤਮਾ ਦੇ ਕਿਸੇ ਪਿਆਰੇ ਨੇ ਹੀ ਪਿਆਰ ਦਾ ਸੰਕਲਪ ਸਿਰਜਿਆ ਹੋਵੇਗਾ। ਵਾਹਿਗੁਰੂ ਵਰਗੇ ਨੇ ਹੀ ਵਾਹਿਗੁਰੂ ਉਚਾਰਿਆ ਹੋਵੇਗਾ। ਕਿਸੇ ਰੱਬ ਵਰਗੇ ਨੇ ਹੀ ਰੱਬ ਨੂੰ ਰੱਬ ਕਹਿ ਕੇ ਬੁਲਾਇਆ ਹੋਵੇਗਾ। ਕਿਸੇ ਬ੍ਰਹਮ ਨੇ ਹੀ ਬ੍ਰਹਮ ਦੀ ਕਲਪਨਾ ਕੀਤੀ ਹੋਵੇਗੀ। ਮਹਾਨ ਵਿਅਕਤੀਆਂ ਅੱਗੇ ਝੁਕਣ ਵਿੱਚ ਸਾਨੂੰ ਆਨੰਦ ਮਿਲਦਾ ਹੈ। ਮਹਾਨਤਾ ਦੀਆਂ ਅਨੇਕਾਂ ਪੱਧਰਾਂ ਹਨ, ਜਿਵੇਂ ਸਥਾਨਕ, ਪ੍ਰਾਂਤਕ, ਰਾਸ਼ਟਰੀ ਅਤੇ ਵਿਸ਼ਵ ਵਿਆਪੀ। ਵਿਸ਼ਵ ਪੱਧਰ ਦੇ ਮਹਾਨ ਬਣਨ ਵਾਲੇ ਸਾਰੀਆਂ ਪੱਧਰਾਂ ਵਿੱਚੋਂ ਗੁਜ਼ਰਦੇ ਹਨ। ਜਿਉਂ-ਜਿਉਂ ਕਿਸੇ ਦੀ ਕੁਰਬਾਨੀ ਅਤੇ ਮਿਹਨਤ ਵੱਡੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਸ ਵਿੱਚ ਗੁਣ ਵੱਧਦੇ ਜਾਂਦੇ ਹਨ ਅਤੇ ਉਸ ਦਾ ਦਰਜਾ ਉੱਚਾ ਹੁੰਦਾ ਜਾਂਦਾ ਹੈ। ਕਲਪਨਾ ਅਤੇ ਸੋਚਾਂ ਉੱਤੇ ਸਮਾਜ ਜਾਂ ਸੰਸਾਰ ਦੇ ਨਿਯਮ ਜਾਂ ਬੰਧਨ ਲਾਗੂ ਨਹੀਂ ਹੁੰਦੇ। ਇਹ ਹਰੇਕ ਦੇ ਨਿੱਜੀ ਖੇਤਰ ਹਨ। ਮਹਾਨ ਵਿਅਕਤੀਆਂ ਦੇ ਸ਼ਬਦਾਂ ਵਿੱਚ ਗਿਆਨ, ਉਹਨਾਂ ਦੀ ਚੁੱਪ ਵਿੱਚ ਸੰਤੋਖ ਅਤੇ ਉਹਨਾਂ ਦੀ ਤੱਕਣੀ ਵਿੱਚ ਦਇਆ ਹੁੰਦੀ ਹੈ। ਕੀ ਸੰਸਾਰ ਦਾ ਕੋਈ ਅਜਿਹਾ ਦੇਸ਼ ਹੈ ਜਿਹੜਾ ਮਹਾਨ ਵਿਅਕਤੀਆਂ ਤੋਂ ਬਿਨਾਂ ਮਹਾਨ ਬਣਿਆ ਹੋਵੇ? ਅਫਰੀਕਾ ਨੂੰ ਵਿਸ਼ਵ ਪੱਧਰ 'ਤੇ ਉੱਭਰਨ ਵਾਸਤੇ ਹਰ ਖੇਤਰ ਵਿੱਚ ਮਹਾਨ ਵਿਅਕਤੀਆਂ ਦੀ ਉਡੀਕ ਹੈ। ਪੈਸਾ, ਅਹੁਦਾ, ਜਾਇਦਾਦ ਆਦਿ ਮਹਾਨ ਵਿਅਕਤੀਆਂ ਨੂੰ ਖਿੱਚ ਨਹੀਂ ਪਾਉਂਦੇ। ਮਹਾਨ ਵਿਅਕਤੀ ਸਾਨੂੰ ਦੌਲਤ ਨਹੀਂ ਦਿੰਦੇ, ਉਹ ਸਾਨੂੰ ਆਪਣੀਆਂ ਦੌਲਤਾਂ ਤੋਂ ਜਾਣੂ ਕਰਵਾਉਂਦੇ ਹਨ। ਵਿਰਲਾਪ ਨਾ ਕਰੋ ਕਿ ਉਹ ਚਲੇ ਗਏ, ਸਗੋਂ ਪ੍ਰਸੰਨ ਹੋਵੋ ਕਿ ਉਹ ਕਿਸੇ ਵੇਲੇ ਇਸ ਧਰਤੀ ਉੱਤੇ ਸਾਡੇ ਕੋਲ ਸਨ। ਸਾਡੇ ਅਨੁਭਵ ਅਤੇ ਸਾਡੇ ਵਿਚਾਰ ਹੀ ਸਾਡਾ ਸੰਸਾਰ ਸਿਰਜਦੇ ਹਨ। ਜੇਕਰ ਕੋਈ ਵਿਅਕਤੀ ਪ੍ਰਸੰਨ ਹੈ ਤਾਂ ਉਹ ਇਸ ਲਈ ਪ੍ਰਸੰਨ ਹੋਵੇਗਾ ਕਿਉਂਕਿ ਉਸ ਕੋਲ ਉਸ ਦੇ ਹੌਸਲੇ ਨੂੰ ਉੱਚਾ ਚੁੱਕਣ ਵਾਲੇ ਵਿਚਾਰ ਹਨ। ਤੁਹਾਡੇ ਉੱਤੇ ਪੈਣ ਵਾਲੀਆਂ ਮੁਸ਼ਕਿਲਾਂ ਅਤੇ ਮੁਸੀਬਤਾਂ ਉਹੀ ਪ੍ਰਭਾਵ ਪਾਉਣਗੀਆਂ ਜਿਹੜਾ ਪ੍ਰਭਾਵ ਤੁਸੀਂ ਕਬੂਲੋਗੇ। ਮੁਸੀਬਤ ਹਰ ਕਿਸੇ 'ਤੇ ਇੱਕੋ ਜਿਹਾ ਅਸਰ ਨਹੀਂ ਕਰਦੀ। ਜੇ ਅਸਫਲਤਾ ਜਾਂ ਮੁਸੀਬਤ ਤੁਹਾਨੂੰ ਡੇਗਦੀ ਹੈ ਤਾਂ ਇਸ ਲਈ ਡੇਗਦੀ ਹੈ ਕਿਉਂਕਿ ਤੁਸੀਂ ਮੁਸੀਬਤ ਨੂੰ ਡੇਗਣ ਦੀ ਸ਼ਕਤੀ ਦਿੰਦੇ ਹੋ। ਦ੍ਰਿੜ ਹੋਣ ਨਾਲ, ਮਹਾਨ ਵਿਚਾਰਾਂ ਦੇ ਲੜ ਲੱਗਣ ਨਾਲ, ਮਹਾਨ ਨਾਇਕ ਨੂੰ ਧਿਆਨ ਨਾਲ, ਮਹਾਨ ਉਦੇਸ਼ ਅਪਣਾਉਣ ਨਾਲ ਹਰ ਮੈਦਾਨ ਫਤਿਹ ਹੋ ਸਕਦੀ ਹੈ। ਜੂਏ ਵਿੱਚੋਂ ਕੁਝ ਨਹੀਂ ਲੱਭਦਾ, ਨਸ਼ਿਆਂ ਵਿੱਚ ਹਾਰ ਹੀ ਹਾਰ ਹੈ। ਨੀਵੀਆਂ ਲੜਾਈਆਂ, ਜਾਇਦਾਦ ਦੇ ਝਗੜਿਆਂ, ਤਲਾਕ ਦੇ ਮੁਕੱਦਮਿਆਂ ਨਾਲ ਅਜੇ ਤੱਕ ਕੋਈ ਪ੍ਰਸਿੱਧ ਨਹੀਂ ਹੋਇਆ। ਇਹ ਹਨੇਰੇ ਰਾਹ ਹਨ। ਇਹਨਾਂ ਹਨੇਰੇ ਰਾਹਾਂ 'ਤੇ ਕੇਵਲ ਭਟਕਣ ਹੈ। ਮੇਰੇ ਪਿਆਰੇ ਅਧਿਆਪਕ ਕਿਹਾ ਕਰਦੇ ਸਨ ਕਿ ਹਰੇਕ ਕੰਮ ਇਵੇਂ ਕਰੋ, ਇਹ ਸੋਚ ਕੇ ਕਰੋ ਕਿ ਇਹ ਕੰਮ ਜੇ ਭਗਵਾਨ ਰਾਮ ਜਾਂ ਗੁਰੂ ਗੋਬਿੰਦ ਸਿੰਘ ਕਰਦੇ ਤਾਂ ਕਿਵੇਂ ਕਰਦੇ, ਤੁਸੀਂ ਵੀ ਉਵੇਂ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।